हाँ जी एक सेकंड रुक जाओ। हाँ जी ये अंदर आप मीटिंग में अंदर अंदर रेडी Yes, sir. Ready? Ready, sir. Ready. हाँ जी सर ਅੱਜ ਦਾ ਦਿਨ ਭਾਰਤ ਦੇ ਸਾਰੇ ਦੇਸ਼ ਵਾਸੀਆਂ ਲਈ, ਚਾਹੇ ਉਹ ਦੇਸ਼ ਵਿੱਚ ਰਹਿੰਦੇ ਆ ਵਿਦੇਸ਼ਾਂ 'ਚ ਰਹਿੰਦੇ ਆ, ਬੜਾ ਬਹੁਤ ਵੱਡਾ ਦਿਨ ਮੰਨਿਆ ਜਾਂਦਾ ਵਿਸਾਖੀ ਦਾ। ਵਿਸਾਖੀ ਦੇ ਨਾਲ ਨਾਲ ਅੱਜ ਬਾਬਾ ਸਾਹਿਬ B.R. ਅੰਬੇਡਕਰ ਭਾਰਤ ਰਤਨ ਜੀ ਦਾ 131ਵਾਂ ਜਨਮ ਦਿਹਾੜਾ ਵੀ ਆ। ਭਗਵਾਨ ਮਹਾਵੀਰ ਜਯੰਤੀ ਵੀ ਅੱਜ। ਇਸ ਲਈ ਇਹ ਸਾਰੇ ਤਿਉਹਾਰਾਂ ਦਾ ਇਕੱਠੇ ਹੋਣਾ, ਅੱਜ ਪੰਜਾਬੀ ਭਾਰਤੀ ਵਿਦੇਸ਼ਾਂ ਵਿੱਚ ਜਿੰਨੇ ਬੈਠੇ ਆ ਉਹ ਬਾਬਾ ਸਾਹਿਬ ਨੂੰ ਵੀ ਯਾਦ ਕਰ ਰਹੇ ਆ, ਮਹਾਵੀਰ ਜਯੰਤੀ ਵੀ ਮਨਾ ਰਹੇ ਆ। ਨਾਲ ਨਾਲ ਵਿਸਾਖੀ ਦਾ ਵੀ ਪ੍ਰੋਗਰਾਮ ਚੱਲ ਰਿਹਾ। ਸਾਡੇ ਸਾਰੇ ਦੇਸ਼ ਵਾਸੀਆਂ ਨੂੰ ਇਹ ਸਾਰੇ ਤਿਉਹਾਰਾਂ ਤੇ, ਇਸ ਦਿਹਾੜੇ ਤੇ ਲੱਖ ਲੱਖ ਵਧਾਈ ਆ, ਸ਼ੁਭ ਕਾਮਨਾਵਾਂ ਕਿ ਆਉਣ ਵਾਲਾ ਜਿਹੜਾ ਸਾਲ ਆ ਸਾਡਾ ਉਹ ਸਾਰਾ ਵਧੀਆ ਹੋਵੇ। ਅੱਜ ਦਾ ਦਿਨ ਭਾਰਤੀ ਜਨਤਾ ਪਾਰਟੀ ਸ਼ੁਰੂ ਤੋਂ ਸਮਾਜਿਕ ਸਮਰਸਤਾ ਦਿਵਸ ਮਨਾਉਂਦੀ ਆ ਕਿ ਸਾਡਾ ਆਪਸੀ ਭਾਈਚਾਰਾ, ਜਿਹੜੇ ਜਾਤ ਪਾਤ ਆ, ਉਹ ਮੁਕਤ ਭਾਰਤ ਹੋਵੇ, ਵਧੀਆ ਬਣੇ। ਤੇ ਨਰਿੰਦਰ ਮੋਦੀ ਜੀ ਨੇ ਸ਼ੁਰੂ ਤੋਂ ਇਸ ਦਿਨ ਤੇ ਬਾਬਾ ਸਾਹਿਬ ਨੂੰ ਕੁਛ ਨਾ ਕੁਛ ਸਮਰਪਿਤ ਕੀਤਾ। ਉਹਨਾਂ ਨੇ ਜਿੱਥੇ ਬਾਬਾ ਸਾਹਿਬ ਦੀ ਸੋਚ ਨੂੰ ਅੱਗੇ ਵਧਾਉਣ ਵਾਸਤੇ ਅਨੁਸੂਚਿਤ ਜਾਤੀ, ਜਨਜਾਤੀ ਤੇ ਪਿਛੜਾ ਵਰਗ ਨੇ ਬਹੁਤ ਸਾਰੀਆਂ ਸਕੀਮਾਂ ਲਾਂਚ ਕੀਤੀਆਂ, ਚਾਹੇ ਉਹ ਆਵਾਸ ਯੋਜਨਾ, ਚਾਹੇ ਉਹ ਸਿਹਤ ਸੇਵਾਵਾਂ, ਸਿੱਖਿਆ, ਰੋਜ਼ਗਾਰ ਤੇ ਕੰਮ ਕੀਤਾ। ਉਹਦੇ ਨਾਲ ਨਾਲ ਉਹਨਾਂ ਨੇ ਬਾਬਾ ਸਾਹਿਬ ਦੇ ਸੰਵਿਧਾਨ ਨੂੰ ਲੈ ਕੇ ਵੀ ਦੇਸ਼ ਵਿੱਚ ਲੋਕਾਂ 'ਚ ਜਾਗਰਤੀ ਆਵੇ, ਲੋਕ ਸੰਵਿਧਾਨ ਨਾਲ ਕਿਸ ਤਰ੍ਹਾਂ ਜ਼ਿਆਦਾ ਜੁੜ ਸਕਦੇ ਆ, ਇਹਦੇ ਵਾਸਤੇ ਉਹਨਾਂ ਨੇ ਪਾਰਲੀਮੈਂਟ ਤੋਂ ਲੈ ਕੇ ਆਮ ਲੋਕਾਂ ਤੱਕ ਕੰਮ ਕੀਤਾ। ਦੂਸਰੇ ਪਾਸੇ ਜੇ ਦੇਖਿਆ ਜਾਵੇ, ਕਾਂਗਰਸ ਨੇ ਬਾਬਾ ਸਾਹਿਬ ਦੀ ਸੋਚ ਨੂੰ ਘਟਾਉਣ ਵਾਸਤੇ, ਕਿਉਂਕਿ ਉਹਨਾਂ ਨੂੰ ਡਰ ਲੱਗਦਾ ਸੀ ਸ਼ੁਰੂ ਤੋਂ ਵੀ ਨਹਿਰੂ ਜਾਂ ਗਾਂਧੀ ਪਰਿਵਾਰ ਨੂੰ ਇਹ ਖਤਰਾ ਰਿਹਾ ਵੀ ਡਾਕਟਰ ਅੰਬੇਡਕਰ ਵੱਡੀ ਸ਼ਖਸੀਅਤ ਆ, ਕਿ ਉਹ ਕਹਿੰਦੇ ਨਹਿਰੂ ਪਰਿਵਾਰ ਨੂੰ ਖਤਰਾ ਰਿਹਾ ਵੀ ਇਹ ਸਾਡੇ ਤੋਂ ਉੱਪਰ ਨਾ ਵਧ ਜਾਣ। ਇਸ ਵਾਸਤੇ ਉਹਨਾਂ ਨੇ ਉਹਨਾਂ ਦੇ ਸਮਾਰਕਾਂ ਤੇ ਕੰਮ ਕਰਨਾ ਜਾਂ ਉਹਨਾਂ ਦੀ ਵਿਚਾਰਧਾਰਾ ਤੇ ਕੰਮ ਕਰਨ ਦੀ ਬਜਾਏ ਉਹਨਾਂ ਨੇ ਉਹਨਾਂ ਨੂੰ ਇਗਨੋਰ ਹੀ ਕੀਤਾ। ਉਸ ਤੋਂ ਬਾਅਦ ਜੇ ਸਾਡੀ ਸਰਕਾਰ ਬਣੀ, ਚਾਹੇ ਉਹ ਅਟਲ ਬਿਹਾਰੀ ਵਾਜਪਾਈ ਜੀ ਦੀ ਸਰਕਾਰ ਸੀ, ਉਸ ਟਾਈਮ ਵੀ ਸਾਡੀ ਸਰਕਾਰਾਂ ਨੇ ਹੀ ਬਾਬਾ ਸਾਹਿਬ B.R. ਅੰਬੇਡਕਰ ਜੀ ਨੇ ਜਿੱਥੇ ਜਨਮ ਲਿਆ ਮਹੂ ਦੇ ਵਿੱਚ, ਜਾਂ ਜਿੱਥੇ ਉਹਨਾਂ ਨੇ ਸੰਵਿਧਾਨ ਲਿਖਿਆ, ਉਹਨਾਂ ਨੇ ਆਖਰੀ ਸਾਹ ਲਿਆ, ਜਾਂ ਜਿੱਥੇ ਉਹਨਾਂ ਨੇ ਬੁੱਧ ਧਰਮ ਨੂੰ ਗ੍ਰਹਿਣ ਕੀਤਾ, ਜਿੱਥੇ ਵਿਦੇਸ਼ਾਂ ਵਿੱਚ ਪੜ੍ਹਨ ਗਏ, ਜਿੱਥੇ ਚਿਤੇ ਭੂਮੀ, ਜਿੱਥੇ ਉਹਨਾਂ ਸੰਸਕਾਰ ਹੋਇਆ, ਇਹ ਸਾਰੀਆਂ ਜਗ੍ਹਾ ਨੂੰ ਜੇ ਕਿਸੇ ਨੇ ਉਹਨੂੰ ਸਮਾਰਕਾਂ ਦੇ ਰੂਪ ਦਿੱਤਾ ਤੇ ਉਹ ਭਾਰਤੀ ਜਨਤਾ ਪਾਰਟੀ। ਸਾਨੂੰ ਇਸ ਗੱਲ ਦਾ ਮਾਣ ਵੀ ਭਾਰਤੀ ਜਨਤਾ ਪਾਰਟੀ ਤੇ ਵੀ ਸਾਡੀ ਸਰਕਾਰ ਨੇ ਹੀ ਜਿਹੜੇ ਬਾਬਾ ਸਾਹਿਬ ਨਾਲ ਜੁੜੇ ਇਤਿਹਾਸਿਕ 5 ਸਥਾਨ ਆ ਮੇਨ, ਉਹਨਾਂ ਨੇ ਇਹਨੂੰ 5 ਤੀਰਥਾਂ ਦਾ ਦਰਜਾ ਵੀ ਦਿੱਤਾ।
ਅੱਜ ਲੋਕ ਲੱਖਾਂ ਹੀ ਲੋਕ ਉਸ ਜਗ੍ਹਾ ਤੇ ਜਾਂਦੇ ਆ, ਅੱਜ ਦੇ ਦਿਨ ਤੇ ਉੱਥੇ ਸ਼ਰਧਾ ਸੁਮਨ ਭੇਟ ਕਰਦੇ ਆ। ਚਾਹੇ ਉਹ ਦਿੱਲੀ ਜਿਹੜਾ ਅਲੀਪੁਰ ਰੋਡ ਤੇ ਜਿੱਥੇ ਸੰਵਿਧਾਨ ਲਿਖਿਆ ਗਿਆ ਸੀ 26 ਅਲੀਪੁਰ ਰੋਡ, ਉੱਥੇ ਤੁਸੀਂ ਜਾਓਗੇ ਕਰੋੜਾਂ 200 ਕਰੋੜ ਤੋਂ ਉੱਪਰ ਲਗਾ ਕੇ ਉੱਥੇ ਸਮਾਰਕ ਬਣਾਇਆ ਗਿਆ ਸੰਵਿਧਾਨ ਦੀ ਬਕਾਇਦਾ ਉਹਦੀ ਰੂਪਰੇਖਾ ਦੇ ਕੇ, ਤੇ ਉਹ ਦੇਖਣ ਯੋਗ ਆ। ਤੇ ਉਹਦੇ ਨਾਲ ਬਾਬਾ ਸਾਹਿਬ ਨੇ ਜਿਹੜਾ ਸਾਨੂੰ ਗੱਲਾਂ ਕਹੀਆਂ ਸੀ, ਅੱਜ ਉਹ ਕਾਂਗਰਸ ਉਸ ਤਰ੍ਹਾਂ ਨਜ਼ਰ ਆ ਰਹੀ ਹੈ। ਕਿਉਂਕਿ ਉਹ ਕਹਿੰਦੇ ਹੁੰਦੇ ਸੀ ਵੀ ਕਾਂਗਰਸ ਜਲਦਾ ਹੋਇਆ ਘਰ ਜਿਹੜਾ ਇਹ 'ਚ ਜਾਊਗਾ ਉਹ ਖੁਦ ਜਲ ਜਾਊਗਾ। ਅੱਜ ਕਾਂਗਰਸ ਦੇ ਹਾਲਾਤ ਉਹੀ ਆ ਵੀ ਜੋ ਬਾਬਾ ਸਾਹਿਬ ਨੂੰ ਨਜ਼ਰ ਆਉਂਦੇ ਸੀ। ਉਹ ਵੀ ਇਹ ਮੰਨਦੇ ਸੀ ਵੀ ਕਾਂਗਰਸ ਕੁਝ ਦੇਸ਼ ਨੂੰ ਦੇਣ ਦੀ ਬਜਾਏ ਨੁਕਸਾਨ ਕਰੂਗੀ। ਬਾਬਾ ਸਾਹਿਬ ਇਹ ਵੀ ਸੋਚਦੇ ਸੀ, ਜਿਹੜੀ ਉਹਨਾਂ ਦੀ ਬੁੱਕ ਥਾਟ ਔਨ ਪਾਕਿਸਤਾਨ ਆ, ਉਹਦੇ ਵਿੱਚ ਉਹਨਾਂ ਨੇ ਕਿਹਾ ਸੀ ਵੀ ਦੇਸ਼ ਦਾ ਬਟਵਾਰਾ ਜਿਹੜਾ ਨਹੀਂ ਹੋਣਾ ਚਾਹੀਦਾ, ਇਹ ਘਾਤਕ ਆ। ਤੇ ਜੇ ਬਟਵਾਰਾ ਹੋਇਆ ਵੀ ਉਹਦੇ ਤੇ ਉਹਨਾਂ ਨੇ ਕਿਹਾ ਸੀ ਵੀ ਸਾਰੇ ਹਿੰਦੂ ਉੱਥੋਂ ਵਾਪਸ ਆ ਜਾਣ, ਸਾਡੇ ਬਾਕੀ ਜਿਹੜੇ ਜੋ ਦੋ ਦੇਸ਼ਾਂ ਦਾ ਬਟਵਾਰਾ ਹੀ ਹੋ ਗਿਆ, ਨਹੀਂ ਤਾਂ ਉਹਨਾਂ ਨੂੰ ਤੰਗੀ ਆਊਗੀ। ਅੱਜ ਉਹ ਸੀਏ ਦੇ ਦੌਰਾਨ ਜਦੋਂ ਵਾਪਸ ਆਉਂਦੇ ਤੇ ਉੱਥੇ ਜੋ ਹਾਲਾਤ ਆ ਦੱਸਦੇ ਆ, ਤੇ ਉਹ ਨਜ਼ਰ ਆਉਂਦਾ ਵੀ ਬਾਬਾ ਸਾਹਿਬ ਨੇ ਜਦੋਂ ਉਹ ਗੱਲਾਂ ਕਹੀਆਂ ਸੀ ਉਹ ਅੱਜ ਬਿਲਕੁਲ ਸੱਚਾਈ ਦੇ ਤਹਿਤ ਹੀ ਨਜ਼ਰ ਆ ਰਹੀਆਂ। ਇਸ ਤੋਂ ਇਲਾਵਾ ਡਾਕਟਰ ਅੰਬੇਡਕਰ ਜੀ ਨੂੰ ਭਾਰਤ ਰਤਨ ਮਿਲਣਾ ਸਾਡੀ ਪਾਰਟੀ ਨੇ ਸ਼ੁਰੂ ਤੋਂ ਕਿਹਾ ਸੀ ਵੀ ਇਹ ਤੁਰੰਤ ਮਿਲਣਾ ਚਾਹੀਦਾ ਜੀ, ਪਰ ਕਾਂਗਰਸ ਸਰਕਾਰ ਨੇ ਕਈ ਪ੍ਰਧਾਨ ਮੰਤਰੀ ਇਦਾਂ ਦੇ ਹੋਏ ਸੀ ਵੀ ਜਿਨ੍ਹਾਂ ਨੇ ਜੀਂਦੇ ਜੀ ਆਪਣੇ ਆਪ ਨੂੰ ਭਾਰਤ ਰਤਨ ਦੇ ਲਿਆ, ਪਰੰਤੂ ਬਾਬਾ ਸਾਹਿਬ ਨੂੰ ਨਹੀਂ ਦਿੱਤਾ ਗਿਆ। ਇਹ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਜੀ, ਅਡਵਾਨੀ ਜੀ ਦੀ ਪੁਰਜੋਰ ਮੰਗ ਤੇ ਇਹ ਭਾਰਤ ਰਤਨ ਅਵਾਰਡ ਨੂੰ ਮਿਲਿਆ, ਤੇ ਨਾਲ ਉਹਨਾਂ ਨੇ ਜਿਹੜਾ ਉੱਥੇ ਪਾਰਲੀਮੈਂਟ ਚ ਤਸਵੀਰ ਆ, ਉਹਨਾਂ ਦਾ ਚਿੱਤਰ ਆ, ਉਹ ਵੀ ਲਗਵਾਇਆ। ਇਹਦੇ ਨਾਲ ਜਿਹੜਾ 370 ਧਾਰਾ, ਡਾਕਟਰ ਅੰਬੇਡਕਰ ਜੀ ਨੇ 370 ਧਾਰਾ ਦਾ ਉਸ ਟਾਈਮ ਤੇ ਵਿਰੋਧ ਕੀਤਾ ਵੀ ਨਹੀਂ ਲੱਗਣੀ ਚਾਹੀਦੀ, ਉਹਦੇ ਪੱਖ ਚ ਨਹੀਂ ਸੀ। ਪਰ ਨਹਿਰੂ ਜੀ ਤੋਂ ਉਦੋਂ ਬਹੁਮਤ ਸੀ, ਉਹਨਾਂ ਨੇ ਲਗਾਤਾ ਸੀ। ਪਰ ਅੱਜ ਉਹੀ ਨਰਿੰਦਰ ਮੋਦੀ ਜੀ ਨੇ ਬਾਬਾ ਸਾਹਿਬ ਦੀ ਜਿਹੜੀ ਗੱਲ ਸੀ ਉਹਨੂੰ ਪੂਰਾ ਕਰਕੇ 370 ਧਾਰਾ ਤੋੜੀ ਆ। ਤੇ ਇਸ ਦੇ ਨਾਲ ਜਿਹੜਾ ਮੋਦੀ ਸਰਕਾਰ ਨੇ 125ਵੀਂ ਜਯੰਤੀ ਬਾਬਾ ਸਾਹਿਬ ਜੀ ਦੀ, ਉਹਦੇ ਤੇ 125 ਰੁਪਏ ਦਾ ਸਿੱਕਾ ਤੇ 10 ਰੁਪਏ ਦਾ ਸਿੱਕਾ ਵੀ ਜਾਰੀ ਕੀਤਾ। ਇਹ ਵੀ ਇੱਕ ਉਹਨਾਂ ਨੂੰ ਸ਼ਰਧਾ ਸੁਮਨ ਸੀ ਉਸ ਟਾਈਮ ਤੇ। 125ਵੀਂ ਜਯੰਤੀ ਪੂਰੇ ਵਿਸ਼ਵ 'ਚ ਮਨਾਈ ਜਾਵੇ, ਪਹਿਲੀ ਵਾਰ ਸੀ ਕਿਸੇ ਯੂਐਨਓ 'ਚ ਕਿਸੇ ਮਹਾਪੁਰਸ਼ ਦੀ, ਭਾਰਤੀ ਮਹਾਪੁਰਸ਼ ਦੀ ਕੋਈ ਜਯੰਤੀ ਮਨਾਈ ਗਈ। ਉਹ ਮੋਦੀ ਜੀ ਦਾ ਧੰਨਵਾਦ ਉਸ ਟਾਈਮ ਤੇ ਸਰਕਾਰ ਨੇ 125ਵੀਂ ਜਯੰਤੀ ਯੂਐਨਓ 'ਚ ਮਨਵਾਈ ਤੇ ਹਰੇਕ ਥਾਂ ਤੇ ਕਾਰਜਕ੍ਰਮ ਕੀਤੇ, ਜਿਹਦੇ ਵਿੱਚ ਬਹੁਤ ਬੜੇ ਇੰਟਰਨੈਸ਼ਨਲ ਸਮਾਰਕ, ਇੰਟਰਨੈਸ਼ਨਲ ਜਿਹੜਾ ਸੈਂਟਰ ਆ ਉਹਦਾ ਉਦਘਾਟਨ ਵੀ ਕੀਤਾ ਉਹਨਾਂ ਨੇ। ਇਹਦੇ ਨਾਲ ਜਦੋਂ ਨੋਟਬੰਦੀ ਹੋਈ ਆ ਉਦੋਂ ਵੀ ਭੀਮ ਐਪ ਜਿਹੜਾ ਲਾਂਚ ਕੀਤਾ ਉਹ ਵੀ ਬਾਬਾ ਸਾਹਿਬ ਨੂੰ ਸਮਰਪਿਤ ਸੀ। ਇਹਦੇ ਨਾਲ ਜਿਹੜੀ ਮੈਡੀਕਲ 5 ਲੱਖ ਦੀ ਯੋਜਨਾ ਵੀ ਆ ਜਿਹੜੀ, ਉਹ ਵੀ ਡਾਕਟਰ ਅੰਬੇਡਕਰ ਸਿਹਤ ਸਹਾਇਤਾ, ਇਹ ਵੀ ਬਾਬਾ ਸਾਹਿਬ ਨੂੰ ਸਮਰਪਿਤ ਆ। ਇਸ ਤੋਂ ਇਲਾਵਾ ਮੋਦੀ ਜੀ ਦੇ ਇੱਕ ਡ੍ਰੀਮ ਸੀ ਵੀ ਮਹਿਲਾਵਾਂ ਨੂੰ ਰੋਜ਼ਗਾਰ ਦੇ ਨਾਲ ਜੋੜਨਾ ਚਾਹੀਦਾ, ਕਿਉਂਕਿ ਬਾਬਾ ਸਾਹਿਬ ਦੀ ਸੋਚ ਸੀ। ਉਹਨਾਂ ਨੇ ਇਹਦੇ ਲਈ ਸਟਾਰਟਅਪ ਇੰਡੀਆ ਦੇ ਤਹਿਤ ਜਿਹੜਾ ਮਹਿਲਾਵਾਂ ਨੂੰ ਉਦਯੋਗ ਨਾਲ ਜੋੜਨਾ, ਉਦਮੀ ਬਣਾਉਣਾ, ਇਹਦੇ ਲਈ ਕੰਮ ਕੀਤਾ। ਇਹਦੇ ਨਾਲ ਜਿਹੜਾ ਪਹਿਲਾਂ ਬਜਟ ਸਾਡਾ 1100 ਕਰੋੜ ਰੁਪਏ ਐਜੂਕੇਸ਼ਨ ਤੇ ਰੱਖਿਆ ਜਾਂਦਾ ਸੀ, ਅੱਜ 6000 ਕਰੋੜ ਰੁਪਇਆ ਰੱਖਿਆ। ਤੇ ਖਾਸ ਕਰਕੇ ਮੋਦੀ ਜੀ ਦੀ ਇੱਕ ਸੋਚ ਆ ਵੀ ਆਉਣ ਵਾਲਾ ਯੁੱਗ ਜਿਹੜਾ ਪੂਰੇ ਵਿਸ਼ਵ 'ਚ ਆ ਉਹ ਰੋਜ਼ਗਾਰ ਨੂੰ ਲੈ ਕੇ ਆ, ਤੇ ਰੋਜ਼ਗਾਰ ਵਾਸਤੇ ਭਾਰਤ ਦੇ ਸਾਰੇ ਲੋਕਾਂ ਨੂੰ ਰੋਜ਼ਗਾਰ ਨਾਲ ਜੋੜਨ ਲਈ ਵੀ ਨੌਕਰੀ ਮੰਗਣ ਦਾ ਬਜਾਏ ਨੌਕਰੀ ਦੇਣ ਵਾਲੇ ਨੌਜਵਾਨ ਪੈਦਾ ਕਰਨੇ ਹੋਗੇ। ਇਹਦੇ ਲਈ ਵੀ ਉਹਨਾਂ ਨੇ ਜਿਹੜਾ ਕਿਹਾ ਗਿਆ ਵੀ ਜਿਹੜੇ ਗਰੀਬ ਬੱਚੇ ਆ ਉਹ ਰੋਜ਼ਗਾਰ ਨਾਲ ਜੁੜਨ। ਇਹਦੇ ਲਈ ਉਹਨਾਂ ਨੇ ਬਕਾਇਦਾ ਇੱਕ ਪ੍ਰੋਕੋਰਮੈਂਟ ਯੋਜਨਾ ਵੀ ਭਾਰਤ ਸਰਕਾਰ ਨੇ ਪਹਿਲੀ ਵਾਰੀ ਚਲਾਈ ਆ, ਜਿਹਦੇ ਵਿੱਚ ਜਿਹੜੇ SC ST ਗਰੀਬ ਬੱਚੇ ਆ ਉਹਨਾਂ ਦੀ ਪਹਿਲਾਂ 4% ਪ੍ਰੋਕੋਰਮੈਂਟ ਸੀ, ਹੁਣ 5% ਕੀਤੀ ਗਈ ਆ। ਇਹ ਇੱਕ ਵੱਡੀ ਲਾਭਦਾਇਕ ਯੋਜਨਾ ਜਿਹੜੀ ਰੋਜ਼ਗਾਰ ਵਾਸਤੇ SC ST ਜਿਹੜੀ
ਬਿਜ਼ਨਸ ਹੱਬ ਬਣਾਈ ਆ, ਉਹ ਵੀ ਇੱਕ ਪਹਿਲੀ ਵਾਰੀ ਹੋਇਆ ਵੀ ਜਿਹੜਾ ਉਹਨਾਂ ਨੇ ਭਾਰਤ ਸਰਕਾਰ ਨੇ ਇਦਾਂ ਦੀ ਕੋਈ ਪਲੈਨਿੰਗ ਕਰਕੇ ਸ਼ਡਿਊਲ ਕਾਸਟ ਲੋਕਾਂ ਲਈ ਰੋਜ਼ਗਾਰ ਨਾਲ ਜੋੜਨ ਲਈ ਪਹਿਲ ਕਦਮੀ ਕੀਤੀ ਆ। ਤੇ ਇੱਕ ਕੇਂਦਰ ਸਰਕਾਰ ਵੱਲੋਂ ਜਿਹੜਾ ਸ਼ਡਿਊਲ ਕਾਸਟਾਂ ਲਈ ਪੈਸਾ ਆਉਂਦਾ, ਜਿੱਥੇ ਜਿੰਨੀ ਆਬਾਦੀ ਪਾਪੂਲੇਸ਼ਨ ਆ ਉਹਦੇ ਵਿੱਚ ਉਹ ਕੇਂਦਰ ਸਰਕਾਰ ਪੈਸਾ ਪਾਉਂਦੀ ਆ, ਉਹ ਸੱਪ ਲੈ ਸਾਡੀ ਪਹਿਲਾਂ ਵੀ ਕਾਫੀ ਦੇਰ ਤੋਂ ਮੰਗ ਰਹੀ ਹੈ ਵੀ ਬਹੁਤ ਸਾਰੇ ਸੂਬੇ ਫੰਡ ਵੀ ਸਰਕਾਰ ਨੇ ਮਹਾਰਾਸ਼ਟਰ ਦਾ ਐਕਟ ਬਹੁਤ ਵਧੀਆ ਬਣਾਇਆ, ਉਹ ਪੰਜਾਬ 'ਚ ਵੀ ਲਾਗੂ ਹੋਵੇ। ਬਹੁਤ ਸਾਰੀਆਂ ਰਾਜਨੀਤਿਕ ਪਾਰਟੀਆਂ ਪ੍ਰੋਮਿਸ ਕਰਦੀਆਂ, ਹੁਣ ਮੌਜੂਦਾ ਸਰਕਾਰ ਨੇ ਵੀ ਜਿਹੜੀ ਇਹ ਵੀ ਜਦੋਂ ਇਲੈਕਸ਼ਨ ਸੀ ਇਹਨਾਂ ਨੇ ਕਿਹਾ ਸੀ ਕਿ ਅਸੀਂ ਐਕਟ ਬਣਾਵਾਂਗੇ। ਜਿਸ ਤਰ੍ਹਾਂ ਇਹਨਾਂ ਨੇ ਆਰਡੀਨੈਂਸ ਕੱਲ ਲੈ ਕੇ ਆਂਦਾ ਪੰਚਾਇਤੀ ਫੰਡ ਵਾਸਤੇ, ਮੈਨੂੰ ਲੱਗਦਾ ਇਹਦਾ ਸ਼ਡਿਊਲ ਕਾਸਟ ਜਿਹੜਾ ਫੰਡ ਆਉਂਦਾ ਉਹਦੇ ਤੇ ਵੀ ਜਿਹੜਾ SC ਸਬਪਲਾਨ ਐਕਟ ਆ ਉਹਦੇ ਤੇ ਵੀ ਇਹਨਾਂ ਨੂੰ ਆਰਡੀਨੈਂਸ ਜਾਰੀ ਕਰ ਦੇਣਾ ਚਾਹੀਦਾ, ਤਾਂ ਜੋ ਸ਼ਡਿਊਲ ਕਾਸਟਾਂ ਦਾ ਭਲਾ ਹੋ ਸਕੇ, ਬਾਬਾ ਸਾਹਿਬ ਦਾ ਜਿਹੜਾ ਰਸਤਾ ਉਹਦੇ ਤੇ ਚੱਲ ਪਣ ਤੇ ਲੋਕ ਆਪਣੇ ਪੈਰਾਂ ਤੇ ਖੜੇ ਹੋ ਸਕਣ। ਇਹਦੇ ਨਾਲ ਕੇਂਦਰ ਨੇ ਕਮੰਤਰੂ ਜਿਹੜੇ ਸਾਡੇ ਕਮੰਤਰੂ ਜਾਤੀਆਂ ਉਹਦੇ ਵਾਸਤੇ ਇੱਕ ਰਾਸ਼ਟਰੀ ਆਯੋਗ 15 ਦੇ ਵਿੱਚ ਇਹ ਜਿਹੜੀਆਂ ਕਮੰਤਰੂ ਕਾਸਟਾਂ ਸਾਡੇ ਵਿਮੁਖ ਜਾਤੀਆਂ ਜਿਹਨਾਂ ਨੂੰ ਅਸੀਂ ਕਹਿੰਦੇ ਆ, ਇਹ ਉਹਨਾਂ ਲਈ ਇੱਕ ਪਹਿਲ ਕਦਮੀਆਂ ਜਿਹੜੀਆਂ ਬਹੁਤ ਪਿੱਛੇ ਰਹਿ ਗਈਆਂ, ਉਹਨਾਂ ਨੂੰ ਕਿਸ ਤਰ੍ਹਾਂ ਸਮਾਜ ਦੇ ਵਿੱਚ ਬਰਾਬਰਤਾ ਲਿਆਂਦੀ ਜਾਵੇ, ਉਹਦੇ ਲਈ ਨਾਲ ਇੱਕ ਕੈਪੀਟਲ ਵੈਂਚਰ ਯੋਜਨਾ ਵੀ ਤਹਿਤ ਸਕੀਮ ਚਾਲੂ ਕੀਤੀ ਤੇ ਪੰਜਾਬ 'ਚ ਬਹੁਤ ਕੰਮ ਕਰਨ ਦੀ ਲੋੜ ਹੈ, ਕਿਉਂਕਿ ਪਾਪੂਲੇਸ਼ਨ ਪੰਜਾਬ 'ਚ ਵੀ ਬਹੁਤ ਵੱਡੀ ਗਿਣਤੀ 'ਚ ਆ ਵੀ ਜਿਹੜਾ ਉਹ ਵਰਗ ਪਿੱਛੇ ਨਾ ਰਹਿ ਜਾਵੇ, ਉਹਦੇ ਵਾਸਤੇ ਬਹੁਤ ਸਾਰੇ ਪਹਿਲਾਂ ਅਸੀਂ ਵਿਪਕਸ਼ ਦੇ ਰੂਪ 'ਚ ਪਹਿਲਾਂ ਵੀ ਸੀ, ਜਦੋਂ ਉਦੋਂ ਵੀ ਅਸੀਂ ਕਹਿੰਦੇ ਸੀ ਵੀ ਜਿਹੜਾ ਕੇਂਦਰ ਤੋਂ ਆ ਰਹੇ ਫੰਡ ਆ ਉਹਦੀ ਦੁਰਵਰਤੋਂ ਹੋਈ ਆ, ਬਲਕਿ ਅੱਜ ਮੁੱਖ ਮੰਤਰੀ ਜੀ ਨੇ ਕਿਹਾ ਵੀ ਆ ਵੀ ਅਸੀਂ ਉਹ ਦੋਸ਼ੀ ਜਲਦੀ ਫੜ ਕੇ ਅੰਦਰ ਕਰਾਂਗੇ। ਪਰ ਉਹਦੇ ਨਾਲ ਬਾਬਾ ਸਾਹਿਬ ਇੱਕ ਸੰਵਿਧਾਨ ਨਿਰਮਾਤਾ ਰਹੇ ਆ, ਕਾਨੂੰਨ ਪਿਤਾ ਰਹੇ ਆ, ਉਹ ਸੰਵਿਧਾਨ ਨਿਰਮਾਤਾ ਦਾ ਸੰਵਿਧਾਨ ਜਿਹੜਾ ਉਹ ਵੀ ਪੰਜਾਬ 'ਚ ਸਹੀ ਚੱਲੇ, ਚਾਹੇ ਉਹ ਕਾਨੂੰਨ ਵਿਵਸਥਾ ਆ, ਚਾਹੇ ਉਹ ਜਿਹੜੀ ਮੰਤਰੀ ਮੰਡਲ ਨੇ ਸਹੁੰ ਚੁੱਕੀ ਹੁੰਦੀ ਆ ਉਹਦੇ ਤੇ ਪਹਿਰਾ ਦੇਣ ਦੀ ਗੱਲਾਂ, ਮੀਡੀਆ ਦੇ ਰਾਹੀਂ ਜਿਹੜੀਆਂ ਜਾਣਕਾਰੀਆਂ ਮਿਲਦੀਆਂ ਵੀ ਪੰਜਾਬ ਦੇ ਆਫੀਸਰਾਂ ਨੂੰ ਦਿੱਲੀ ਬੁਲਾ ਕੇ ਉਹਨਾਂ ਦੀ ਕਲਾਸ ਲਾਉਣੀ, ਬਲਕਿ ਮੈਂ ਪ੍ਰੈਸ ਕਾਨਫਰੰਸ ਦੇਖਿਆ ਵੀ CM ਸਾਹਿਬ ਨੇ ਕਿਹਾ ਆ ਕਿ ਉਹ ਮੈਂ ਹੀ ਭੇਜੇ ਸੀ, ਕਿਸੇ ਨੂੰ ਮੂੰਹ-ਜ਼ਬਾਨੀ ਨਹੀਂ ਭੇਜਿਆ ਜਾ ਸਕਦਾ, ਕਿਉਂਕਿ ਸਰਕਾਰ ਆ, ਇਹ ਨਿੱਜੀ ਪ੍ਰਾਈਵੇਟ ਕੰਪਨੀ ਨਹੀਂ ਆ ਵੀ ਜਿਹੜਾ ਮਰਜ਼ੀ ਜਿੱਥੇ ਮਰਜ਼ੀ ਚੱਲਿਆ ਵੀ ਉਹਨੂੰ ਕੀ ਆਫੀਸ਼ੀਅਲੀ ਭੇਜਿਆ ਗਿਆ, ਉਹਦੇ ਕੋਈ ਡਾਕੂਮੈਂਟਸ ਆ, ਡਿਊਟੀ ਲਗਾਈ ਗਿਆ ਜਾਂ ਤਲਬ ਕੀਤੇ ਗਏ, ਜੋ ਅਖਬਾਰਾਂ ਨੇ ਵੀ ਲਿਖਿਆ ਕਿ ਉੱਥੇ ਤਲਬ ਕਰ ਲਿਆ ਗਿਆ। ਜੇ ਤਲਬ ਕੀਤਾ ਗਿਆ, ਇਹ ਇੱਕ ਗੈਰ ਕਾਨੂੰਨੀ ਗੈਰ ਸੰਵਿਧਾਨਿਕ ਸਿਸਟਮ ਆ। ਮੈਨੂੰ ਲੱਗਦਾ ਵੀ ਜਿੱਥੇ ਅਸੀਂ ਬਾਬਾ ਸਾਹਿਬ ਨੂੰ ਅੱਜ ਦੇ ਦਿਨ ਯਾਦ ਕਰਦੇ ਆ, ਉੱਥੇ ਇਹਨਾਂ ਗੱਲਾਂ ਦਾ ਵੀ ਹੱਕ ਵੀ ਜਿਹੜੀਆਂ ਸਾਡੀਆਂ ਡਿਊਟੀਆਂ ਆ, ਇੱਕ ਦੇ ਅਧਿਕਾਰ ਆ, ਇੱਕ ਡਿਊਟੀਆਂ ਵੀ ਸੰਵਿਧਾਨ ਦਿੰਦਾ ਵੀ ਡਿਊਟੀਆਂ ਵੀ ਸਾਡੀਆਂ ਸਹੀ ਰਹਿਣ, ਸਾਡਾ ਇੱਥੇ ਦੇਸ਼ ਵਿੱਚ ਸਾਰਾ ਸਿਸਟਮ ਕਾਨੂੰਨ ਵਾਈਜ਼ ਚੱਲੇ, ਨਾਲ ਜਿਹੜੇ ਸਾਡੇ ਸੰਵਿਧਾਨਿਕ ਹੱਕ ਆ ਉਹ ਵੀ ਕਿਸੇ ਤੋਂ ਜਾਣ ਨਾ, ਲਾ ਐਂਡ ਆਰਡਰ ਸਾਡਾ ਮੇਨਟੇਨ ਰਵੇ, ਕਾਨੂੰਨ ਵਿਵਸਥਾ ਸਹੀ ਰਵੇ। ਮੈਨੂੰ ਲੱਗਦਾ ਅੱਜ ਦੀਆਂ ਸਾਰੀਆਂ ਗੱਲਾਂ ਨੂੰ ਲੈ ਕੇ ਬਹੁਤ ਚਿੰਤਾ ਵੀ ਆ, ਜਿੱਥੇ ਸਾਨੂੰ ਖੁਸ਼ੀ ਆ ਵੀ ਅਸੀਂ ਬਾਬਾ ਸਾਹਿਬ ਦਾ 131ਵਾਂ ਦਿਵਸ ਮਨਾ ਰਹੇ, ਉੱਥੇ ਨਾਲ ਸਾਨੂੰ ਬਾਬਾ ਸਾਹਿਬ ਨੇ ਜਿਹੜੇ ਅਧਿਕਾਰ ਲੈ ਕੇ ਦਿੱਤੇ ਉਹ ਵੀ ਜ਼ਰੂਰ ਅੱਜ ਚਰਚਾ ਕਰਨੀ ਚਾਹੀਦੀ ਆ, ਲੋਕਾਂ 'ਚ ਚਰਚਾ ਹੋਣੀ ਚਾਹੀਦੀ ਆ ਕਿ ਉਹ ਸਹੀ ਦਿਸ਼ਾ ਵੱਲ, ਸਹੀ ਲਾਈਨ ਵੱਲ ਚੱਲ ਰਹੇ ਕਿ ਨਹੀਂ ਚੱਲ ਰਹੇ। ਮੈਨੂੰ ਲੱਗਦਾ ਅੱਜ ਜਨਤਾ ਨੂੰ ਇਹ ਸਾਰੀਆਂ ਗੱਲਾਂ ਦਾ ਵਿਚਾਰ ਜ਼ਰੂਰ ਕਰਨਾ ਚਾਹੀਦਾ, ਇਹਦੇ ਤੇ ਬਹੁਤ ਜ਼ਿਆਦਾ ਚਰਚਾ ਕਰਨ ਦੀ ਲੋੜ ਹੈ ਤੇ ਸਾਡਾ ਅੱਜ ਦਾ ਇਸੇ ਵਿਸ਼ੇ ਤੇ ਸੀ ਪ੍ਰੈਸ ਕਾਨਫਰੰਸ। मगर जो सरकारी गाड़ियां 18 करोड़ ਗੱਡੀਆਂ ਦਾ ਆਰਡਰ ਕਰਨੀ ਦਾ ਬਾਤ ਸਾਹਮਣੇ ਆਈ ਹੈ ਕਿ ਪੰਜਾਬ ਸਰਕਾਰ ਮੰਗਾ ਰਹੀ ਹੈ ਵਿਧਾਇਕਾਂ ਤੇ ਮੰਤਰੀ, ਕਿਵੇਂ ਦੇਖਦੇ ਹੋ? ਦੇਖੋ, ਜਿਹੜਾ ਮੈਂ ਵੀ ਅੱਜ ਮੀਡੀਆ 'ਚ ਸੋਸ਼ਲ ਮੀਡੀਆ ਤੇ ਵੀ ਮੈਂ ਦੇਖਿਆ ਵੀ ਗੱਡੀਆਂ ਲੈਣ ਜਾ ਰਹੇ 18 ਕਰੋੜ ਦੀਆਂ। ਦੇਖੋ, ਸਰਕਾਰ ਦੀ ਜ਼ਰੂਰਤ ਦੇ ਮੁਤਾਬਕ ਕੋਈ ਚੀਜ਼ ਲੈਣੀ ਮਾੜੀ ਗੱਲ ਨਹੀਂ। ਜਿੱਥੇ ਕੋਈ ਚੀਜ਼ ਜ਼ਰੂਰਤ ਆ, ਜਿੱਥੇ ਕਿਸੇ ਨੂੰ ਭਰਤੀ ਕਰਨ ਦੀ ਜ਼ਰੂਰਤ ਆ, ਨੌਕਰੀਆਂ ਦੇਣ ਦੀ ਜ਼ਰੂਰਤ ਆ, ਬਹੁਤ ਜ਼ਰੂਰੀ ਆ, ਉਹ ਕੰਮ ਕਰਨ ਦੀ ਲੋੜ ਆ। ਪਰੰਤੂ ਤੁਸੀਂ ਬਿਨਾਂ ਵਜ੍ਹਾ ਆਪਣੀ ਟੌਰ ਵਾਸਤੇ ਵੀ ਕਰਜ਼ੇ ਚੁੱਕ ਕੇ ਗੱਡੀਆਂ ਲਈ ਜਾਣੀਆਂ, ਅਸੀਂ ਤਾਂ ਪਹਿਲੇ ਕਰਜ਼ੇ ਤੇ, ਪਹਿਲੀਆਂ ਗੱਡੀਆਂ ਵੀ ਹਲੇ ਪਿਛਲੀ ਸਰਕਾਰ ਨੇ ਲਈਆਂ, ਉਹ ਚੱਲੀਆਂ ਨਹੀਂ, ਉਹ ਤੁਸੀਂ ਨਵੀਆਂ ਗੱਡੀਆਂ ਦਾ ਹੋਰ ਬੋਝ ਪਾਉਣਾ। ਮੈਨੂੰ ਲੱਗਦਾ ਇਸ ਵੇਲੇ ਇਹੋ ਜਿਹੇ ਹਾਲਾਤ ਨਹੀਂ ਹੋਣੇ ਚਾਹੀਦੇ। ਲੋਕ ਤੇ ਹਰੇ ਪੈਨ ਦੀ ਵੇਟ ਕਰਦੇ ਪਏ ਆ ਵੀ ਕਦੋਂ ਸਾਨੂੰ ਸਾਡੀਆਂ ਸਕੀਮਾਂ ਦਾ ਲਾਭ ਮਿਲੂਗਾ, ਕਦੋਂ 1000 ਰੁਪਏ ਸਾਡੇ ਖਾਤੇ 'ਚ ਪਊਗਾ, ਵੀ ਸਾਡੀਆਂ ਭੈਣਾਂ ਮਾਤਾਵਾਂ ਇਹ ਵੇਟ ਕਰ ਲਈਆਂ।
ਉਹ 1000 ਰੁਪਏ ਦੀਆਂ ਤੁਸੀਂ ਗੱਡੀਆਂ ਲਈ ਚਲੋ ਵੀ 35,000 ਤੇ ਸਾਨੂੰ ਉਧਰ ਸਕੀਮਾਂ ਦਾ ਵੀ ਉਧਰ ਸਾਨੂੰ ਕੋਈ ਲਾਭ ਮਿਲੇ। ਲੋਕ ਤੇ ਇਹੀ ਪੁੱਛੀ ਜਾਂਦੇ ਆ। ਤੇ ਸੀਐਮ ਸਾਹਿਬ ਵੀ ਅੱਜ ਪਹਿਲੀ ਵਾਰੀ ਮੈਂ ਕਾਫੀ ਦਿਨਾਂ ਬਾਅਦ ਦੇਖਿਆ ਵੀ ਉਹ ਜਲੰਧਰ ਨਜ਼ਰ ਆਏ ਆ ਥੋੜਾ ਜਿਹਾ, ਨਹੀਂ ਤਾਂ ਆਮ ਤੌਰ ਤੇ ਉਹ ਪ੍ਰੈਸ ਤੋਂ ਭੱਜਣ ਡਏ ਆ। ਇੱਕ ਕਹਿੰਦੇ ਵਾਰ ਰੂਮ ਬਣ ਗਿਆ, ਉੱਥੋਂ ਹੀ ਵੀਡੀਓ ਜਾਰੀ ਕਰ ਦੇਣੀ ਆ, ਇਨਕਲਾਬ ਜਿੰਦਾਬਾਦ ਦਾ ਨਾਰਾ ਲੱਗ ਜਾਣਾ, ਬਸ ਲੋਕਾਂ ਦਾ ਪੇਟ ਭਰ ਗਿਆ। ਬਲਕਿ ਇਸ ਤਰ੍ਹਾਂ ਨਹੀਂ ਹੋ ਪਾਣਾ। ਇੱਥੇ ਪੰਜਾਬ ਆ, ਤੁਹਾਨੂੰ ਲੋਕਾਂ ਨੂੰ ਡਿਲੀਵਰ ਕਰਨਾ ਪੈਣਾ। ਚਾਹੇ ਅਸੀਂ ਵੀ ਵਿਪਕਸ਼ ਦਾ ਸਾਨੂੰ ਜਿੰਨਾ ਵੀ ਲੋਕਾਂ ਨੇ ਵੋਟ ਬੈਂਕ ਪਾਇਆ, ਉਹਨਾਂ ਲੋਕਾਂ ਨੂੰ ਆਸ ਹੈ ਵੀ ਵਿਰੋਧੀ ਧਿਰ ਦੀ ਭੂਮਿਕਾ ਨਿਭਾਉਣਗੇ। ਚਾਹੇ ਅਸੀਂ ਸੀਟਾਂ ਸਾਡੀ ਘੱਟ ਵੱਧ ਹੋ ਸਕਦੀਆਂ, ਪਰੰਤੂ ਇੱਕ ਰਾਜਨੀਤਿਕ ਪਾਰਟੀ ਹੋਣ ਦੇ ਕਾਰਨ, ਇੱਕ ਰਾਜਨੀਤਿਕ ਦਲ ਹੋਣ ਦੇ ਨਾਤੇ ਸਾਡੀ ਪੂਰੀ ਆਵਾਜ਼ ਅਸੀਂ ਲੋਕਾਂ ਤੱਕ ਪਹੁੰਚਾਵਾਂਗੇ। ਹੁਣ ਵੀ ਅਸੀਂ ਅੱਜ ਗਵਰਨਰ ਸਾਹਿਬ ਨੂੰ ਵੀ ਪ੍ਰਧਾਨ ਜੀ ਅੱਜ ਮਿਲਣਗੇ ਸ਼ਾਮ ਨੂੰ, ਉਹਦੇ ਵਿੱਚ ਅਸੀਂ ਕਈ ਗੱਲਾਂ ਤੇ ਉਹਨਾਂ ਨੂੰ ਮਿਲਣਾ ਆ ਤੇ ਉਹਨਾਂ ਤੱਕ ਗੱਲ ਰੱਖਾਂਗੇ। ਇਹ ਗੱਲ ਚਿੰਤਾ ਵਾਲੀ ਆ ਵੀ ਆਪਣੇ ਲਈ ਤਾਂ ਤੁਸੀਂ ਖਰਚੇ ਪੂਰੇ ਕਰ ਰਹੇ ਆ, ਜੇ ਕੋਈ ਤੁਹਾਡੇ ਕੋਲ ਬੇਰੁਜ਼ਗਾਰ ਜਾਂਦਾ ਜਾਂ ਹੋਰ ਕੋਈ ਜਾਂਦਾ ਉਹਨੂੰ ਕਹਿੰਦੇ ਥੋੜੇ ਦਿਨ ਦੇ ਦੇਣਗੇ। ਜਾਣੀ ਕਿ ਤੁਹਾਡੇ ਲਈ ਤਾਂ ਕਾਲੀ ਆ ਵੀ ਫਾਈਲ ਜਲਦੀ ਤੋਂ ਜਲਦੀ ਪਾਸ ਹੋ ਜਾਵੇ, 18 ਕਰੋੜ ਦੀਆਂ ਗੱਡੀਆਂ ਲੈ ਕੇ ਪਰੇ ਕਰੋ। ਆਪਣੇ ਲਈ ਤੁਸੀਂ ਤਨਖਾਹਾਂ ਵੀ ਉਸ ਹਿਸਾਬ ਨਾਲ ਚੱਲਣ ਡਿਆ, ਸਾਰਾ ਸਿਸਟਮ ਉਸ ਹਿਸਾਬ ਨਾਲ ਚੱਲਣ ਡਿਆ। ਤੇ ਉਹ ਪਿੱਛੇ ਜੇ ਉਦੋਂ ਮੁੱਖ ਮੰਤਰੀ ਸਾਹਿਬ ਨੇ ਤਾਂ ਇਹ ਵੀ ਕਹਿਤਾ ਸੀ ਵੀ ਅਸੀਂ ਪੈਨਸ਼ਨ 'ਚ ਕੋਈ ਕੱਟ-ਕੁੱਟ ਲਾਵਾਂਗੇ। ਮੈਨੂੰ ਲੱਗਦਾ ਨਹੀਂ ਵੀ ਉਹ 'ਚ ਕੁਝ ਹੋਇਆ ਜਾਂ ਕੀ ਕਰਨਾ, ਤੇ ਬਲਕਿ ਭਾਜਪਾ ਨੇ ਉਹਦਾ ਸਵਾਗਤ ਹੀ ਕੀਤਾ ਸੀ। ਤੇ ਪਰ ਹਲੇ ਤੱਕ ਉਹ ਜ਼ਮੀਨ ਤੇ ਕੀ ਹੋ ਰਿਹਾ, ਜ਼ਮੀਨ ਤੇ ਜੋ ਨਜ਼ਰ ਆ ਰਿਹਾ ਮੀਡੀਆ ਤੋਂ ਪਤਾ ਲੱਗਦਾ ਵੀ ਦਿੱਲੀ ਆਫੀਸਰ ਤਲਬ ਹੋਈ ਜਾ ਰਹੇ, ਬਸ ਇਹ ਆ। ਤੇ ਬਸ ਉਹੀ ਚੱਲੇ ਜਾ ਰਿਹਾ, ਇਨਕਲਾਬ ਜਿੰਦਾਬਾਦ ਲੋਕਾਂ ਲਈ ਆ, ਤੇ ਬਾਕੀ ਕੰਮ ਆਫ ਦੀ ਰਿਕਾਰਡ ਦੂਸਰਾ ਹੀ ਚੱਲ ਰਿਹਾ। ਜੋ ਰਾਜ ਸਭਾ ਦੇ ਮੈਂਬਰ ਭੇਜੇ ਗਏ ਉਹ ਵੀ ਪਤਾ ਆਪਾਂ ਨੂੰ ਵੀ ਉਹ ਕੀ ਹੋਇਆ। ਕੈਬਨਿਟ ਮੀਟਿੰਗ ਤਾਂ ਭਗਵੰਤ ਮਾਨ ਵੱਲੋਂ ਰੋਜ਼ ਕੀਤੀਆਂ ਜਾ ਰਹੀਆਂ ਜਾਂ ਨਿਦਾਨ ਨਾਲ ਬੈਠ ਕੇ ਸਲਾਹ ਮਸ਼ਵਰੇ ਕੀਤੇ ਜਾ ਰਹੇ ਹਨ। ਗੱਡੀਆਂ ਦਾ ਫੈਸਲਾ ਹੋ ਗਿਆ, ਲੇਕਿਨ ਜਿਸ ਤਰੀਕੇ ਨਾਲ ਉਹਨਾਂ ਨੇ ਕਿਹਾ ਸੀ ਕਿ 300 ਯੂਨਿਟ ਪੰਜਾਬ ਨੂੰ ਅਸੀਂ ਆਉਂਦੇ ਸਾਲ ਹਰਾ ਪੈਨ ਚਲਾ ਕੇ ਨਾਲ ਦੀ ਨਾਲ ਕਰ ਦਾਂਗੇ, ਉਹਦੇ ਲਈ ਪੰਜਾਬ ਉਹਨਾਂ ਦਾ ਮੂੰਹ ਦੇਖ ਰਿਹਾ ਹੈ ਤੇ ਉਹਦੇ ਲਈ ਕੋਈ ਭਾਜਪਾ ਕਵਾਇਦ ਕਰਕੇ ਉਹਨਾਂ ਨੂੰ ਜਗਾਉਣ ਦੀ ਕੋਸ਼ਿਸ਼ ਕਰੇਗੀ। ਬਿਲਕੁਲ ਅਸੀਂ ਸੰਘਰਸ਼ ਵੀ ਕਰਾਂਗੇ, ਜਲਦੀ ਤੁਹਾਨੂੰ ਨਜ਼ਰ ਆਊਗਾ ਵੀ ਅਸੀਂ ਹਲੇ ਤਾਂ ਕੋਸ਼ਿਸ਼ ਕਰ ਰਹੇ ਵੀ ਇਹਨਾਂ ਦਾ ਹਰਾ ਪੈਨ ਚੱਲੇ। ਸਾਡੀ ਜਿੱਥੇ ਜ਼ਰੂਰਤ ਹੋਊਗੀ ਅਸੀਂ ਨਾਲ ਆ ਇਹਨਾਂ ਦੇ। ਇਹ ਕੋਈ ਲੈ ਕੇ ਆਉਣਾ ਆਪਣੇ ਵਿਧਾਨ ਸਭਾ 'ਚ ਵੀ ਅਸੀਂ ਆਹ ਪੈਸੇ ਇੰਨੇ ਦੇਣੇ ਆ ਜਾਂ ਰੁਜ਼ਗਾਰ ਦੇਣਾ ਜਾਂ ਕੱਚੇ ਮੁਲਾਜ਼ਮ ਪੱਕੇ ਕਰਨੇ ਆ, ਤੇ ਉਹਦੇ ਵਿੱਚ ਅਸੀਂ ਉਹਦਾ ਸਹਿਯੋਗ ਕਰਾਂਗੇ। ਪਰ ਜੇ ਆਪਣੇ ਵਾਸਤੇ ਹੀ ਤੁਸੀਂ ਪੈਸੇ ਖਰਚੀ ਜਾਣੇ ਆ ਤੇ ਮੈਨੂੰ ਲੱਗਦਾ ਉਹ 'ਚ ਸੋਚਣਾ ਪਊਗਾ, ਤੇ ਉੱਥੇ ਭਾਰਤੀ ਜਨਤਾ ਪਾਰਟੀ ਵਿਪਕਸ਼ ਦੀ ਪੂਰੀ ਭੂਮਿਕਾ ਨਿਭਾਊਗੀ ਤੇ ਇਹਨਾਂ ਨੂੰ ਜਗਾਊਗੀ ਵੀ, ਜੋ ਇਹਨਾਂ ਨੇ ਵਾਅਦੇ ਕੀਤੇ ਉਹ ਪੂਰੇ ਕਰਨ ਲਈ ਮਜਬੂਰ ਕਰੂਗੀ। ਅੱਗਾ ਸਾਹਿਬ, ਚੰਡੀਗੜ੍ਹ ਦੇ ਮੁੱਦੇ ਤੁਸੀਂ ਕਹਿ ਰਹੇ ਹੋ ਕਿ ਬੀਜੇਪੀ ਦਾ ਤੁਹਾਨੂੰ ਪੱਖ ਪੂਰਨਾ ਪੈ ਰਿਹਾ ਹੈ ਪੰਜਾਬ 'ਚ, ਪਰ ਦਿੱਲੀ ਮੀਟਿੰਗ ਹੋਈ ਹੈ ਉਸ ਮੁੱਦੇ ਤੇ ਤੁਸੀਂ ਕਹਿ ਰਹੇ ਹੋ ਕਿ ਸਭ ਕੁਝ ਦਿੱਲੀ ਤੋਂ ਤੈਅ ਹੋ ਰਿਹਾ, ਪਰ ਚੰਡੀਗੜ੍ਹ ਜਦੋਂ ਉੱਧਰ ਲਿਜਾਣ ਦੀ ਗੱਲ ਹੋ ਰਹੀ ਹੈ ਉੱਥੇ ਤੁਸੀਂ ਕਿਸ ਪਾਸੇ ਖੜੇ? ਦੇਖੋ ਭਾਜਪਾ ਪੰਜਾਬ ਨੇ, ਮੈਨੂੰ ਲੱਗਦਾ ਅਸ਼ਵਨੀ ਜੀ ਨੇ ਤੇ ਸਾਡੇ ਤੋਂ ਪਹਿਲਾਂ ਪ੍ਰੈਸ ਕਾਨਫਰੰਸ ਉਸ ਦਿਨ ਕਰਤੀ ਸੀ ਵੀ ਉਹ ਵੀ ਪਹਿਲੀ ਵਾਰੀ ਸੀ ਵੀ ਜੇ ਤੁਹਾਨੂੰ ਵਿਧਾਨ ਸਭਾ 'ਚ ਬੋਲਣ ਲਈ ਟਾਈਮ ਜਿੰਨਾ ਦਿੱਤਾ ਗਿਆ ਉਹ ਕੱਟ ਕੇ ਤੋਂ ਕਹਿੰਦੇ ਨਹੀਂ ਟਾਈਮ ਹੋ ਗਿਆ। ਉਸ ਦਿਨ ਉਹਨੂੰ ਗੱਲ ਨਹੀਂ ਕਰ ਦਿੱਤੀ ਤਾਂ ਉਹ ਮੀਡੀਆ ਪ੍ਰੈਸ ਕਾਨਫਰੰਸ ਕਰਨੀ ਪਈ ਉਹਨਾਂ ਨੂੰ ਵੀ ਅਸੀਂ ਪੰਜਾਬ ਭਾਜਪਾ ਪੂਰੀ ਤਰ੍ਹਾਂ ਨਾਲ ਆ, ਸਾਡਾ ਚੰਡੀਗੜ੍ਹ ਆ, ਅਸੀਂ ਆਪਣਾ ਚੰਡੀਗੜ੍ਹ ਲੈ ਕੇ ਰਵਾਂਗੇ। ਪਾਣੀ ਦੇ ਮੁੱਦਿਆਂ ਤੇ ਅਸੀਂ ਪੰਜਾਬ ਦੇ ਨਾਲ, ਅਸੀਂ ਪੰਜਾਬੀ ਆ, ਇਹ ਤੇ ਸਾਡੀ ਲੜਾਈ ਪਰਸਨਲ ਆ, ਇਸ ਲਈ ਉਹ ਤੇ ਕੋਈ ਗੱਲ ਹੀ ਨਹੀਂ ਆ। ਪਰੰਤੂ ਆਮ ਆਦਮੀ ਪਾਰਟੀ ਨੂੰ ਜਦੋਂ ਲੱਗਦਾ ਉਹ ਗੱਲ ਹੋਰ ਪਾਸੇ ਘਮਾਉਣ ਦੀ ਬਜਾਏ ਹੁਣ ਇਹ ਕਲਾਕਾਰ ਦੇ ਪਿੱਛੇ ਪੈ ਗਏ। ਅਬ ਮੈਂ 2 ਦਿਨ ਤੋਂ ਦੇਖਿਆ ਸਾਰੇ ਲੀਡਰ ਹੀ ਉਹਨਾਂ ਦੇ ਪਿੱਛੇ ਪੈ ਗਏ, ਬਲਕਿ ਪੰਜਾਬ ਦਾ ਮੈਨੂੰ ਲੱਗਦਾ ਇਹ ਕੋਈ ਇਸ਼ੂ ਨਹੀਂ ਸੀ। ਕਿਸੇ ਨੇ ਗੀਤ ਰਿਲੀਜ਼ ਕੀਤਾ ਗਿਆ, ਕਈ ਗੀਤ ਆਏ ਕਿ ਗਏ ਨਾ, ਹਾਂ ਜੀ ਉਹਦੇ ਵਿੱਚ ਕੋਈ ਉਦਾਂ ਦਾ ਤੇ ਤੁਸੀਂ ਕਾਰਵਾਈ ਕਰ ਦਿਓ ਕਾਨੂੰਨੀ ਤੌਰ ਤੇ ਵੀ ਇਹ ਗਲਤ ਆ, ਤੇਰੇ ਤੇ ਪਰਚਾ ਦਰਜ ਕਰਨਾ। ਪਰੰਤੂ ਉਹ ਇਸ਼ੂ ਨੂੰ ਭੜਕਾ ਕੇ ਹੋਰ ਪਾਸੇ ਲੈ ਜਾਣਾ, ਮੈਨੂੰ ਲੱਗਦਾ ਇਹ ਲੋਕਾਂ ਦਾ ਬ੍ਰੇਨ ਗੇਮ ਆ ਵੀ ਉਹਨੂੰ ਦਿਮਾਗੀ ਤੌਰ ਤੇ ਬਸ ਲੋਕਾਂ ਨੂੰ ਘੁਮਾਈ ਚਲੋ ਤਾਂ ਕਿ ਉਹ ਰੋਟੀ ਨਾ ਮੰਗਣ ਤੇ ਉਹ ਇਦਾਂ ਉਲਝੇ ਰਹਿਣ ਫੇਸਬੁੱਕ ਖੇਡੀ ਆ। ਚੰਨੀ ਜੀ ਤੋਂ ਪੁੱਛਗਿੱਛ ਦੀ ਖਬਰ ਆਈ ਸੀ ਕੱਲ, ਪੁੱਛਗਿੱਛ ਹੋਈ ਹੈ ਤੇ ਕਾਂਗਰਸ ਹਲਚਲ ਹੋ ਰਹੀ ਹੈ, ਨਵੇਂ ਪ੍ਰਧਾਨ ਨਾਲ ਮੀਟਿੰਗ ਹੋ ਰਹੀ ਹੈ। ਅੱਜ ਉਹ ਕਹਿ ਰਹੇ ਕਿ ਇਸ ਮਾਮਲੇ ਤੇ ਜ਼ਿਆਦਾ ਨਹੀਂ ਕੁਝ ਬੋਲਾਂਗੇ, ਪਰ ਅਗਲੀ ਪੁੱਛਗਿੱਛ ਦੀ ਵੀ ਚਰਚਾ ਹੋ ਰਹੀ ਹੈ। ਤੇ ਚੰਨੀ ਦੀ ਮਤਲਬ ਪਹਿਲੇ ਹਾਲੀ ਜਿਹੜੀਆਂ ਗੱਲਾਂ ਬਾਤਾਂ ਸਾਹਮਣੇ ਹੈ ਉਸੇ ਦੇ ਆਧਾਰ ਤੇ ਕਹਿ ਰਹੇ ਕਿ ਅੱਗੇ ਵੱਧ ਰਹੀ ਹੈ ਗੱਲ ਤੇ ਹਲਚਲ। ਇਹ ਮਤਲਬ ਹੁਣ ਤਾਂ ਇਲੈਕਸ਼ਨ ਵੀ ਨਿਕਲ ਗਏ, ਫਿਰ ਇਹ ਹਲਚਲ ਬਾਰੇ ਉਹਦੇ ਇੱਕ ਆਲਰੇਡੀ ਕਾਨੂੰਨੀ ਪ੍ਰਕਿਰਿਆ ਆ, ਉਹਦੇ ਉਹਨਾਂ ਨੇ ਆਪ ਵੀ ਕਿਹਾ ਕਿ ਮੈਂ ਗਿਆ ਤੇ ਗਾਂ ਵੀ ਜੇ ਬੁਲਾਉਣਗੇ ਤੇ ਜਾਵਾਂਗੇ। ਉਹ ਮੈਨੂੰ ਲੱਗਦਾ ਕਾਨੂੰਨੀ ਪ੍ਰਕਿਰਿਆ ਉਹਦੇ ਵਿੱਚ ਕੋਰਟ ਮੈਟਰ ਆ, ਐਸੇ ਦੇ ਚਲਾਨ ਚਲੂਨ ਵੀ ਪੇਸ਼ ਹੋ ਰਿਹਾ। ਉਹ ਜੋ ਕੰਮ ਕਾਨੂੰਨ ਦਾ ਕਰ ਰਹੀ, ਅਸੀਂ ਤਾਂ ਕਹਿੰਦੇ ਜਿਹੜਾ ਵੀ ਦੋਸ਼ੀ ਹੋਵੇ ਚਾਹੇ ਕੋਈ ਵੀ ਹੋਵੇ, ਛੋਟਾ ਵੱਡਾ, ਸਜ਼ਾ ਮਿਲੇ ਕਿਸੇ ਤਰ੍ਹਾਂ ਦੀ। ਕਦੇ ਪੰਜਾਬ ਦੀ ਜਨਤਾ ਦਾ ਪੈਸਾ ਕਿਤੇ ਦੁਰਵਰਤੋਂ ਨਹੀਂ ਹੋਣਾ ਚਾਹੀਦਾ, ਜਿੱਥੇ ਵਾਸਤੇ ਉੱਥੇ ਲੱਗਣਾ ਚਾਹੀਦਾ।
ਕਾਂਗਰਸ ਦੁਬਾਰਾ ਯੂਨਾਈਟ ਹੋ ਰਹੀ ਹੈ ਤੁਹਾਡੇ ਵਾਸਤੇ ਚੈਲੰਜ? ਦੇਖੋ ਰਾਜਨੀਤਿਕ ਪਾਰਟੀ ਹੈ, ਉਹਨਾਂ ਦੀ ਆਪਣੀ ਆ, ਪਰ ਜੋ ਹੋ ਰਿਹਾ ਪਤਾ ਹੀ ਹੈ ਤੁਹਾਨੂੰ। ਉਹਦੇ ਤਾਂ ਪ੍ਰਧਾਨ ਬਣਦੇ ਸਾਰ ਇੱਕ ਬੰਦੇ ਨੂੰ ਕੱਢ ਦਿੱਤਾ ਗਿਆ। ਹਲੇ ਪ੍ਰਧਾਨ ਨੇ ਦਫ਼ਤਰ ਚਾਰਜ ਲਿਆ ਨਹੀਂ, ਉਦੋਂ ਪਹਿਲਾਂ ਹੀ ਬਾਹਰ ਦਾ ਰਸਤਾ ਦਿਖਾਉਂਦੇ ਆ। ਜੇ ਇਦਾਂ ਦੀ ਯੂਨਾਈਟ ਹੋਣੀ ਆ ਫਿਰ ਚਾਰਜ ਲੈਣ ਤੋਂ ਬਾਅਦ ਪਤਾ ਨਹੀਂ ਕੀ ਕੀ ਕਰਨਾ ਲੈਣਾ। ਬਹੁਤ ਚੰਗੀ ਗੱਲ ਹੈ ਜੇ ਇਦਾਂ ਯੂਨਾਈਟ ਹੋਣਾ ਵੀ ਕੱਢੀ ਜਾਣੇ ਆ। ਤੁਹਾਡੇ ਵਾਸਤੇ ਸੁਖਾਵੀ ਗੱਲ ਹੈ ਜੀ 24%? ਆ ਸਾਨੂੰ ਇਹ ਲੱਗ ਰਿਹਾ ਵੀ ਸੰਨ ਮਾਰੀ ਤਾਂ ਨਹੀਂ ਕਰਨ ਵਾਲੇ ਉਧਰਲੇ ਪਾਸੇ? ਦੇਖੋ ਬਹੁਤ ਸਾਰੇ ਆਉਣਾ ਚਾਹੁੰਦੇ, ਇੱਥੇ ਹੁੰਦਾ ਹੀ ਆ, ਰਾਜਨੀਤਿਕ ਸੰਪਰਕ ਹੁੰਦੇ ਕਈਆਂ ਦੇ। ਕਿਹੜੇ ਆ ਰਹੇ? ਨਹੀਂ ਮੈਂ ਇਹਦੀ ਚਰਚਾ ਮੈਨੂੰ ਲੱਗਦਾ ਮੀਡੀਆ 'ਚ ਨਹੀਂ ਹੋਣੀ ਚਾਹੀਦੀ, ਕਿਤੇ ਪਤਾ ਲੱਗ ਜਾਊਗਾ ਤੁਹਾਨੂੰ ਜੋ ਬੁਲਾਵਾਂਗੇ। ਧੰਨਵਾਦ ਸਾਰਿਆਂ ਦਾ।